ਇਹੀ ਤਾਂ ਗੱਲ ਹੈ, ਜਿੱਥੇ ਜਰਨੈਲ ਟੀਸੀ ਦੇ ਨੇ ਉੱਥੇ ਗੱਦਾਰ ਵੀ ਟੀਸੀ ਦੇ ਨੇ। ਕਰੀਏ ਤਾਂ ਕੀ ਕਰੀਏ? ਤੁਸੀਂ ਵੋਟਾਂ ਪਾਈਆਂ, ਤੁਸੀਂ ਲੀਡਰ ਬਣਾਏ, ਤੁਸੀਂ MP ਬਣਾਏ। ਮੈਂ ਤਾਂ 40 ਸਾਲ ਤੋਂ ਵੋਟ ਨਹੀਂ ਪਾਈ। ਤੁਸੀਂ ਮੰਤਰੀ ਬਣਾਏ, ਤੁਸੀਂ ਵਾਹ ਵਾਹ ਕਿਆ ਬਾਤ ਹੈ, ਦੇ ਝੰਡਾ ਦੇ ਫਲਾਨਾ। ਕਿੰਨੇ ਸਾਲਾਂ ਤੋਂ? 70 ਸਾਲਾਂ ਤੋਂ। ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ? ਦੱਸੋ ਕੀ ਹੋਇਆ? ਕੁਐਸਚਨ ਇਹ ਹੈ, ਸਾਰਾ ਕੁਝ ਹੋ ਸਕਦਾ ਹੈ ਜੇ ਇੱਥੇ ਨਵਾਂ ਸੂਰਜ ਚੜਾ ਕੇ ਨਵੀਂ ਲੀਡਰ, ਨਵੀਂ ਪਾਰਟੀ, ਨਵੀਂ ਗੱਲ, ਨਵੀਂ ਬਾਤ। ਮੈਂ ਨਵਜੋਤ ਸਿੰਘ ਸਿੱਧੂ ਨੂੰ ਕਿੰਨੀ ਵਾਰੀ ਹੋਕਾ ਦਿੱਤਾ ਕਿ ਬਾਹਰ ਨਿਕਲ, ਛੱਡ ਪਰੇ, ਆਪਾਂ ਨਵੀਂ ਪਾਰਟੀ ਬਣਾਉਣੇ ਆ, ਨਵੇਂ ਲੋਕ, ਨਵੇਂ ਲੀਡਰ ਲੈ ਕੇ ਆਉਣੇ, ਛੱਡ ਦੇ। ਜਿੱਥੇ ਰੋਜ਼ ਬੇਇੱਜ਼ਤੀ ਹੁੰਦੀ ਹੈ, ਜਿੱਥੇ ਰੋਜ਼ ਸਿਆਪਾ ਪੈਂਦਾ, ਕੀ ਕਰਾਉਣਾ ਇਹ ਚੀਜ਼ਾਂ ਤੋਂ? ਸਾਰਾ ਕੁਝ ਰੱਬ ਨੇ ਦਿੱਤਾ ਹੈ। ਔਰ ਰਜਿਆ ਵਜਿਆ ਬੰਦਾ, ਖਾਨਦਾਨੀ ਬੰਦਾ, ਤੇ ਮੈਂ ਸਮਝਦਾ ਉਸ ਬੰਦੇ ਨੂੰ ਬਾਹਰ ਆਉਣਾ ਚਾਹੀਦਾ। ਮੈਂ ਪਰਸਨਲੀ ਗੱਲ ਕਰਦਾ ਕਿਉਂਕਿ ਮੈਂ ਉਹਨੂੰ ਬਚਪਨ 'ਚ ਪਾਲਿਆ, ਵੱਡਾ ਕੀਤਾ, ਉਹਦਾ ਵਿਆਹ ਕੀਤਾ, ਉਹਦੇ ਨਾਲ ਸੁੱਖ ਦੁੱਖ 'ਚ ਰਿਹਾ, ਮੈਂ ਉਹਨੂੰ ਜਾਣਦਾ। ਔਰ ਮੈਂ ਬਾਰ-ਬਾਰ ਇਹ ਗੱਲ ਕਹਿੰਦਾ ਕਿ ਆਪਾਂ ਨੂੰ ਇੱਕ ਲੀਡਰ ਚਾਹੀਦਾ। ਉਹ ਇੱਕ ਲੀਡਰ ਸਾਡੇ ਨਾਲ ਤੁਰੇ, ਨਵੀਂ ਪਾਰਟੀ ਬਣਾ ਕੇ। ਉਹ ਪਾਰਟੀ ਪੰਜਾਬ ਦੀ ਇੱਕ ਨਵੀਂ ਪਾਰਟੀ ਹੋਣੀ ਚਾਹੀਦੀ ਹੈ, ਉਹਦੀ ਬੜੀ ਲੋੜ ਹੈ। ਔਰ ਸਾਡੇ ਕੋਲ ਇੱਕ ਜਰਨੈਲ ਨਹੀਂ, ਤੁਸੀਂ ਪੰਜਾਬ ਦੀ ਇੱਟ ਪੁੱਟੋ, ਤੁਹਾਨੂੰ ਜਰਨੈਲ ਮਿਲੂਗਾ। ਤੁਸੀਂ ਪੰਜਾਬ 'ਚ ਹੋਕਾ ਦਿਓ, ਤੁਹਾਨੂੰ ਜਰਨੈਲ ਮਿਲੂਗਾ। ਤੁਹਾਨੂੰ ਪੰਜਾਬ ਦੀ ਧਰਤੀ ਤੇ ਗੁਰੂ ਤੋਂ, ਰੱਬ ਤੋਂ ਡਰਨ ਵਾਲੇ ਬੰਦੇ ਮਿਲਣਗੇ, ਜਿਹੜੇ ਲੋਕਾਂ ਲਈ ਕੁਰਬਾਨ ਹੋ ਜਾਣਗੇ। ਉਹ ਬੰਦੇ ਦੀ ਲੋੜ ਹੈ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਿੱਦਣ ਤਾਲਾ ਸਾਹਿਬ ਤੋਂ ਥਾਪੜਾ ਲੈ ਕੇ ਨਿਕਲਿਆ ਸੀ, ਇਹ ਗੱਲ ਮੁਆਜ਼ਿਬ ਲੋਕਾਂ ਨੂੰ ਦੱਸਣੀ ਬਹੁਤ ਜ਼ਰੂਰੀ ਹੈ। ਬਾਬਾ ਦਰਸ਼ਨ ਸਿੰਘ ਜੀ ਕੋਲ ਮੈਂ ਬੈਠਾ ਸੀ ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਜੀ ਜੀਵਨ 'ਚ ਬਹੁਤ ਕੁਝ ਹੋ ਗਿਆ ਹੁਣ, ਤੇ ਬਸ ਮੇਰਾ ਦਿਲ ਕਰਦਾ ਮੈਂ ਗੁਰੂ ਘਰ ਦੀ ਸੇਵਾ ਕਰਾਂ। ਮੈਨੂੰ ਥਾਪੜਾ ਦਿਓ, ਇੱਥੇ ਰੱਖ ਲਓ। ਪਰਿਵਾਰ ਸਹਿਤ, ਲੋਕਾਂ ਸਹਿਤ ਦੋਸਤੀ, ਯਾਰੀ, ਰਿਸ਼ਤੇਦਾਰੀ ਸਾਰੀ ਨਿਭਾ ਲਈ। ਹੁਣ ਮੈਨੂੰ ਸੇਵਾ ਦਾ ਮੌਕਾ ਦਿਓ। ਤੇ ਮੈਂ ਚਾਹੁੰਦਾ ਕਿ 5 ਸਿੰਘ ਮੈਨੂੰ ਇੱਥੇ ਸੇਵਾ ਕਰਦੇ ਕਰਦੇ 5 ਸਿੰਘ ਮੈਨੂੰ ਦਾਗ ਲਾ ਦੇਣ ਤੇ ਮੇਰੀ ਰੂਹ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਰਹਿ ਜੇ। ਮੈਂ ਆਪਣੇ ਪਿਤਾ ਜੀ ਦੀ ਸੇਵਾ ਕਰਨਾ ਚਾਹੁੰਦਾ। ਉਹਨਾਂ ਨੇ ਮੈਨੂੰ ਕਿਹਾ, ਬੇਟਾ ਬੈਠ, ਅਜੇ ਗੁਰੂ ਘਰ ਨੇ ਤੇ ਤੋਂ ਬਹੁਤ ਸੇਵਾਵਾਂ ਲੈਣੀਆਂ। ਮੇਰੇ ਅੱਖ 'ਚ ਅਥਰੂ ਆ ਗਏ। ਮੈਂ ਇੰਨੇ ਜੋਗਾ ਕਿੱਥੇ? ਮਹਾਰਾਜ ਕੀ ਕਹਿ ਰਹੇ ਹੋ? ਕਹਿੰਦੇ ਹਾਂ, ਗੁਰੂ ਘਰ ਤੋਂ ਸੁਨੇਹਾ ਆਇਆ, ਤੇਰੇ ਕੋਲੋਂ ਗੁਰੂ ਘਰ ਨੇ ਬਹੁਤ ਸੇਵਾਵਾਂ ਲੈਣੀਆਂ, ਟੁੱਟਿਆਂ ਨੂੰ ਜੋੜਨਾ ਹੈ, ਤੇ ਇਹ ਬਹੁਤ ਸੋਹਣਾ ਪਿਆ ਹੈ। ਮੈਨੂੰ ਉਹ ਗੱਲ ਸਮਝ ਨਹੀਂ ਆਈ। ਮੈਂ ਘਰੇ ਆਇਆ, ਵਿਚਾਰਧਾਰਾ ਮੇਰੀ ਚੱਲ ਰਹੀ ਸੀ ਮਨ ਦੇ ਵਿੱਚ ਕਿ ਮੈਂ ਇੱਕ ਗੁਰੂ ਸਾਹਿਬ ਦਾ ਗਰੀਬ ਬੱਚਾ, ਇੱਕ ਕੁੱਕਰ, ਗੁਰੂ ਘਰ ਦਾ ਕੁੱਤੇ ਨੂੰ ਕੁੱਕਰ ਕਹਿੰਦੇ ਆ, ਜਿਹੜਾ ਮੂੰਹ ਅੱਡੀ ਦੇਖੀ ਜਾਂਦਾ ਆਪਣੇ ਮਾਲਕ ਵੱਲ, ਮੈਨੂੰ ਵੀ ਕਦੇ ਟੁੱਕ ਪਊਗਾ। ਭਾਈ ਨੰਦ ਲਾਲ ਜੀ ਮਹਾਰਾਜ 10ਵੇਂ ਪਾਤਸ਼ਾਹੀ ਦਾ ਪ੍ਰਸ਼ਾਦਾ ਲੈ ਕੇ ਜਾਇਆ ਕਰਦੇ ਸੀ। ਪਿਆਰ ਦੀ ਗੱਲ ਸੁਣਿਓ ਜੇ, ਮੈਂ ਹੋਕਾ ਦੇਣ ਆਇਆ, ਕੋਈ ਗੱਲ ਮੈਨੂੰ ਕਰਨੀ ਨਹੀਂ ਆਉਂਦੀ, ਮੇਰੇ ਧੰਨੇ ਜੱਟ ਦਾ ਹਿਸਾਬ ਹੈ, ਜੋ ਮੇਰੇ ਦਿਲ 'ਚ ਮੈਂ ਕਹਿ ਦੇਣਾ ਠੋਕ ਕੇ, ਪਰ ਸੁਣ ਲਿਆ ਜ਼ਰੂਰ ਜੇ। ਤੇ ਭਾਈ ਨੰਦ ਲਾਲ ਜੀ ਜਦ ਰੋਟੀ ਲੈ ਕੇ ਜਾਂਦੇ ਤੇ ਕੋਲ ਬਹਿ ਜਾਂਦੇ। ਇੱਕ ਦਿਨ ਕੀ ਹੋਇਆ, ਇੱਕ ਕੁੱਤਾ ਆ ਕੇ ਬਹਿ ਗਿਆ ਕਿੱਲੇ ਤੇ। ਗੁਰੂ ਸਾਹਿਬ ਨੇ ਮੂੰਹ 'ਚ ਬੁਰਕੀ ਪਾਈ ਤੇ ਦੇਖਿਆ ਕੁੱਤੇ ਵੱਲ, ਤੇ ਬੁਰਕੀ ਮਾਰੀ ਤੇ ਕੁੱਤਾ ਬੁਰਕੀ ਚੱਕ ਕੇ ਲੈ ਗਿਆ। ਤੇ ਭਾਈ ਨੰਦ ਲਾਲ ਜੀ ਚਲੇ ਗਏ, ਇੱਕ ਬਰੋਟੇ ਥੱਲੇ ਬਹਿ ਕੇ ਰੋਣ ਲੱਗ ਗਏ। ਫਿਰ ਰਾਤ ਆ ਗਿਆ। ਅਗਲੇ ਦਿਨ ਇੱਕ ਸਿੰਘ ਰੋਟੀ ਲੈ ਕੇ ਆਇਆ ਤੇ ਮਹਾਰਾਜ ਨੇ ਪੁੱਛਿਆ, 10ਵੇਂ ਪਾਤਸ਼ਾਹ ਕਹਿੰਦੇ ਭਾਈ ਨੰਦ ਲਾਲ ਜੀ ਕਿੱਥੇ ਨੇ? ਉਹ ਕਹਿੰਦੇ ਮਹਾਰਾਜ ਕੱਲ ਦੇ ਲੰਗਰ 'ਚ ਨਹੀਂ ਆਏ, ਪਤਾ ਨਹੀਂ ਕੀ ਗੱਲ, ਇੱਕ ਬਰੋਟੇ ਥੱਲੇ ਬੈਠੇ ਆ ਤੇ ਅਥਰੂਆਂ ਦਾ ਹੜ ਆ ਗਿਆ। 10ਵੇਂ ਪਾਤਸ਼ਾਹ ਉਹਨਾਂ ਦੇ ਕੋਲ ਜਾ ਕੇ ਕਹਿੰਦੇ, ਭਾਈ ਨੰਦ ਲਾਲ ਸਾਹਿਬ ਤੋਂ ਕੀ ਗਲਤੀ ਹੋ ਗਈ ਹੈ? ਭਾਈ ਨੰਦ ਲਾਲ ਜੀ ਪੈਰੀ ਡਿੱਗ ਪਏ, ਕਹਿਣ ਲੱਗੇ, ਗੁਰੂ ਆ ਗੱਲ ਸੁਣਿਓ ਧਿਆਨ ਨਾਲ, ਮੇਰੇ ਤੋਂ ਵੀ ਕੀ ਗਲਤੀ ਹੋ ਗਈ ਹੈ, ਮੇਰੇ ਪਿਆਰ 'ਚ ਕੀ ਨੁਕਸ ਰਹਿ ਗਿਆ ਹੈ? ਉਹ ਕਹਿੰਦੇ ਭਾਈ ਨੰਦ ਲਾਲ ਗੱਲ ਦੱਸ ਕੀ ਹੈ? ਕਹਿੰਦੇ ਮੇਰੇ ਨਾਲ ਤਾਂ ਕੁੱਤਾ ਚੰਗਾ, ਜਿਵੇਂ ਤੇਰੇ ਹੱਥ ਦੀ ਬੁਰਕੀ ਖਾਂਦਾ, ਮੈਨੂੰ ਤੋਂ ਵੀ ਨਸੀਬ ਨਹੀਂ ਹੋਈ। ਇਹ ਪਿਆਰ ਹੈ ਗੁਰੂ ਘਰ ਦਾ। ਪਰ ਮੈਂ ਨੌਜਵਾਨ ਬੰਦਿਆਂ ਨੂੰ ਥੋੜਾ ਇਤਿਹਾਸ ਸੁਣਾਉਣਾ ਚਾਹੁੰਦਾ।
क्योंकि दो गल्लां इस वक्त पंजाब दे विच वापरियां ने। ये हाल अपना इस करके होया है क्योंकि आपां गुरु तो बेमुख हाँ, अपने अपने ईश तो बेमुख हाँ। मातावां, साडियां भैणां, साडे बुजुर्ग, साडे वड वडेरे, साडे सज्जन, जब बच्चा पैदा हुंदा है ते उहनूं कहंदे क्या पापा, क्या मम्मी, क्या पिताजी, केड़ा प्यो है इत्थे, केड़ी मां है जिन्हें क्या होवे, क्या वाहिगुरू पुत, क्या वाहिगुरू नहीं। जेड़ा बच्चा जमदे साल अपनी जुबान चो वाहिगुरू आखेगा, मैं शब्द लगे कहना जोधा पैदा होए। लेकिन दुख इस गल का है जिन्हें जरनैल इस धरती से पैदा होए उन्हें गद्दार भी पैदा होए। और पंजाब जेड़ा तिब्बत तो शुरू होंदा सी, कश्मीर तक, कंधार तक, दिल्ली तक, और छोटा क्यों होया? वो जो साडे वड वडेरियां दा कसूर है, अपना कसूर है, साडी मातावां दा कसूर है, साडियां भैणां दा कसूर है। महाराजा रणजीत सिंह दा राज 40 साल चलिया, कदे किसी नूं मौत की सजा नहीं हुई, कदे धर्म पिछे झगड़े नहीं हुए, कदे भुखमरी नहीं हुई, किसी धी भैण वाल किसी ने अख चुक के नहीं देखा। और कमाल की गल यह है 16% सिख, 16% सिख, बाकी राजपूत हिंदू सारे वर्ग के लोग उस राज के थले रहते सी। ऐसा सुखी राज कदे नहीं होया। लेकिन कहते ने कदे कदे राजा भी धोखा खा जाता। हरि सिंह नलूआ जी एक दिन पार्लीमेंटेरियन लग्या सी, ਉਹਦੇ ਵਿੱਚ ਕਹਿੰਦੇ राजा आ जरा कोल तू ध्यानचंद डोगरा बिठाया कुत्ता, इनू गोली मार दे। एडी बुलंद आवाज एक ही जरनैल बोले अज तक, उसका नाम हरि सिंह नलूआ। हरि सिंह नलूआ जी, कमाल की गल कि गल जनरल जोरावर सिंह ने भी आखी, जनरल मोहकम सिंह ने भी आखी, लेकिन राजे के गल च शायद गल पई नहीं, मैनू नहीं पता क्यों। वो राजा जिहड़ा बड़ा दूरंदेशी सी, फिर ध्यानचंद डोगरे ने की कीता, इसकी व्याख्या जे मैं करन लग गया तो सारी रात ते सारा दिन बीजेगा। मैं चाहना जिन्हें भी बुजुर्ग, जिन्हें बड़े वड वडेरे, मावां धीआं भैणां, दस्सिया करो बच्चों नूं तुहाडे वड वडेरे की सी। मैनू क्या पुछदा है तेरे वड वडेरे कौन है? मैं गुरु नानक देव जी तो लैके 10वें पातशाह तक के मेरे वड वडेरे है। मैं उनका सपुत्र पड़पोता, उनका पोता, उन्होंने की आज्ञा से चलना, उनकी सिक्खा से चलना मेरा धर्म बनता है। अज पंजाब की धरती का हाल क्या होया? अज तो 75 साल पहला जब हिंदुस्तान की वंड हुई है तो पाकिस्तान बनया। कितनी वड्डी गलती की है कि आप अपना भाईचारा वंड के सड़ता, अपनी धौड़ वंड के सिड़ती। कसूर कीता साडे लीडरां दा। मास्टर तारा सिंह का नाम तुसीं सारे ने सुनिया होना, सरदार बलवंत सिंह का नाम भी तुसीं सुनिया होना। दिल्ली जाते जब वंड की गल चलती है तो माउंट बैटन कहता वंड किते होर करा लो, पंजाब की वंड क्यों करते हो? तो मास्टर तारा सिंह कहता पंजाब की वंड गुजरात च करते हैं। बलवंत सिंह कहता की गल करता तू, मेरिया उत्थे फैक्ट्रियां चलदियां मारवाड़ियों के नाल, मेरा हिस्सा उधर वंड कराएगा, मैं भुखा मर जाऊंगा। देखो एक सियासतदान सिर्फ अपनी गल कर रहे। रात को बैठा मास्टर तारा सिंह, पंडित जवाहरलाल नेहरू कहता है अपना तो 9 मास का रिश्ता, अपना तो एक कुछ पैदा हुए हैं, अपना कट्ठे रवांगे, असीं तो थोड़े बगैर मर जाएंगे। सवेर को माउंट बैटन ने जोर ला लिया मास्टर तारा सिंह को, आख्या एहो कौम है जिहड़ी लताड़ी हुई है, 2000 साल तो गुलाम रही है। अहमद शाह अब्दाली की गल करा, औरंगजेब की गल करा, की गल करा, पर जे तुसीं इहनूं राज दिता
ਤੇ ਤੁਹਾਨੂੰ ਆਪਣੀ ਜੁੱਤੀ 'ਚ ਪਾਣੀ ਪਿਆਉਣਗੇ। ਇਹੀ ਕੁਛ ਹੀ ਹੁੰਦਾ ਆ ਰਿਹਾ 75 ਸਾਲਾਂ ਤੋਂ, ਇਹੀ ਕੁਛ ਹੀ ਆਪਾਂ ਸਹਿੰਦੇ ਆ ਰਹੇ ਹਾਂ। ਮੈਂ ਦੋ ਤਿੰਨ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਹੈ ਜਵਾਨ ਮੁੰਡਿਆਂ ਵਾਸਤੇ, ਪਿਛੋਕੜ ਦੇਖਿਆ ਕਰੋ ਆਪਣਾ ਕੌਣ ਹੈ, ਇਹ ਬੜਾ ਜ਼ਰੂਰੀ ਹੈ। ਤੁਹਾਨੂੰ ਇਹ ਪਤਾ ਹੋਣਾ ਕਿ ਤੁਹਾਡਾ ਪਿਛੋਕੜ ਕੀ ਹੈ। ਹੱਕਾਂ ਦੀ ਲੜਾਈ ਦੇ ਵਿੱਚ ਹੀ ਸਾਰਾ ਰੌਲਾ ਪਿਆ ਹੈ। ਕ੍ਰਿਸ਼ਨ ਮਹਾਰਾਜ ਬੈਠੇ ਸੀ, ਦੋਨੋਂ ਤਰ੍ਹਾਂ ਦੇ ਲੋਕ ਬੈਠੇ ਸੀ, ਪਾਂਡਵ ਬੈਠੇ ਸੀ, ਕੌਰਵ ਬੈਠੇ ਸੀ, ਵਿੱਚ ਬੈਠੇ ਕ੍ਰਿਸ਼ਨ ਮਹਾਰਾਜ। ਉਹ ਕਹਿੰਦੇ ਚਲੋ ਕੁਝ ਵੀ ਨਾ ਦਿਓ, ਇਹਨਾਂ ਨੂੰ 5 ਪਿੰਡ ਦੇ ਦਿਓ। ਕੀ ਕਹਿੰਦਾ, ਮੈਂ ਇੰਚ ਚੱਪਾ ਮਿੱਟੀ ਦਾ ਨਹੀਂ ਦੇਣਾ। ਬਰੇਦਰ ਕਹਿੰਦਾ ਮੈਂ ਚੱਪਾ ਨਹੀਂ ਦੇਣਾ ਮਿੱਟੀ ਦਾ ਇੱਕ ਵੀ। ਫਿਰ ਲੜਾਈ ਕਾਹਦੀ? ਫਿਰ ਕ੍ਰਿਸ਼ਨ ਮਹਾਰਾਜ ਖੜੇ ਹੋ ਗਏ। ਅੱਜ ਪੰਜਾਬ ਦੀ ਧਰਤੀ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ, ਅੱਜ ਅੰਦੋਲਨ ਹੋ ਰਿਹਾ, ਸਾਡੇ ਕਿਸਾਨ, ਸਾਡੇ ਮਜ਼ਦੂਰ ਭਰਾ, ਸਾਡੇ ਸਾਰੇ ਵਰਗ ਦੇ ਲੋਕ ਬੈਠੇ, ਡੋਲਿਆ ਨਾ ਚੜ੍ਹਦੀ ਕਲਾ ਚ ਰਹੋਗੇ। ਕਿਉਂਕਿ ਮੈਂ ਤੁਹਾਨੂੰ ਛੋਟਾ ਜਿਹਾ ਕਿੱਸਾ ਸੁਣਾਉਣ ਲੱਗਾ, ਸਾਰਿਆਂ ਨੂੰ ਪਤਾ ਹੈ। ਅਨੰਦਪੁਰ ਸਾਹਿਬ ਦੀ ਲੜਾਈ ਨੂੰ ਲੜਦੇ ਯਾਦ ਕਰੋ। 9 ਮਹੀਨੇ ਲੜਾਈ ਚੱਲਦੀ ਰਹੀ। 3 ਮਹੀਨੇ ਬਾਅਦ ਰਾਸ਼ਨ ਵੀ ਮੁੱਕ ਗਿਆ, ਪਾਣੀ ਵੀ ਮੁੱਕ ਗਿਆ। ਲੇਕਿਨ ਜਿਹੜੇ ਅਗਲੇ 6 ਮਹੀਨੇ ਕੱਟੇ, ਕੀ ਕਾਰਨ ਸੀ ਕਿ 10ਵੇਂ ਪਾਤਸ਼ਾਹ ਸਾਰੇ ਸਿੰਘ ਤੇ ਪਰਿਵਾਰ ਚੜ੍ਹਦੀ ਕਲਾ ਸੀ। ਦੱਸੋ ਕੀ ਕਾਰਨ ਸੀ? ਜਿਨ੍ਹਾਂ ਨੇ ਰੋਟੀ ਨਾ ਖਾਧੀ ਹੋਵੇ, ਪਾਣੀ ਨਾ ਪੀਤਾ ਹੋਵੇ, ਉਹ ਸਾਰੇ ਜਰਨੈਲ ਚੜ੍ਹਦੀ ਕਲਾ ਚ ਬਾਹਰ ਆਏ। ਪਤਾ ਕਿਉਂ? ਕਿਉਂਕਿ ਬਾਣੀ ਦਾ ਪ੍ਰਤਾਪ ਚੱਲਦਾ ਸੀ। ਪੜਿਓ ਮੇਰੇ ਨਾਲ, ਪੜੋ ਸਾਰੇ, ਇੱਕ ਓੰਕਾਰ ਪੜੋ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਬੋਲੋ ਵਾਹਿਗੁਰੂ। ਇਸ ਕਰਕੇ ਜੁਰਤ, ਇਸ ਕਰਕੇ ਤਾਕਤ ਐਸੀ ਮਿਲੀ ਕਿ ਮੁੜ ਕੇ ਬਾਹਰ ਨਿਕਲੇ। ਫਿਰ ਤੁਹਾਨੂੰ ਸਾਰੀ ਹਿਸਟਰੀ ਦਾ ਪਤਾ। ਮੈਂ ਨੌਜਵਾਨਾਂ ਨੂੰ ਪੁੱਛਣਾ ਚਾਹੁੰਦਾ, ਬਜ਼ੁਰਗਾਂ ਨੂੰ ਪੁੱਛਣਾ ਚਾਹੁੰਦਾ, ਤੁਹਾਡੇ ਚੋਂ ਕਿਹੜਾ ਐਸਾ ਬੰਦਾ ਹੈ ਜਿਹਦੇ ਬੱਚੇ ਬਾਹਰ ਨਹੀਂ ਗਏ? ਦੱਸੋ। ਇੱਕ ਆਦਮੀ ਹੱਥ ਖੜਾ ਕਰੇ। ਸਾਰਿਆਂ ਨੂੰ ਬਾਹਰ ਤੁਸੀਂ ਭੇਜਿਆ, ਪੰਜਾਬ ਖਾਲੀ ਤੁਸੀਂ ਕਰਾਇਆ। ਅੱਜ ਪੰਜਾਬ ਦੀ ਧਰਤੀ ਤੇ ਇਹ ਹਾਲ ਇਸ ਕਰਕੇ ਹੈ ਕਿਉਂਕਿ ਜਾਓ ਬੱਚਿਓ ਬਾਹਰ, ਉੱਥੇ ਰਹੋ, ਸੁਖੀ ਬਸੋ। ਤੇ ਜਦ ਕੋਈ ਧਰਤੀ ਮਾਂ ਆਪਣੀ ਪੰਜਾਬ ਦੀ ਚੁੰਨੀ ਕੋਈ ਲਾਊਗਾ, ਉਹ ਇਸ ਕਰਕੇ ਕਿਉਂਕਿ ਜਵਾਨੀ ਇੱਥੇ ਹੈ ਨਹੀਂ। ਜਦੋਂ ਜਵਾਨੀ ਪੰਜਾਬ ਦੀ ਖੜੀ ਹੋ ਗਈ, ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿਣਾ, ਦਿੱਲੀ ਤੱਕ ਹੀ ਭਾਵੇਂ ਸਾਰਾ ਹਿੰਦੁਸਤਾਨ ਜਿੱਥੇ ਹੋ ਜੀ, ਇਹ ਸਾਡਾ ਹੈ ਔਰ ਹਿੰਦੁਸਤਾਨ ਕਿਸੇ ਬਾਪ ਦਾ ਨਹੀਂ ਹੈ। ਮੈਂ ਅਡਾਨੀ ਅੰਬਾਨੀ ਨੂੰ ਕਹਿਣਾ, ਅਡਾਨੀ ਅੰਬਾਨੀ ਨੂੰ ਮੈਂ ਕਹਿਣਾ, ਜਦ ਵੀ ਮਾਂ ਦੇ ਜੰਮੇ ਹੋ, ਪੰਜਾਬ ਦੀ ਧਰਤੀ ਤੇ ਪੈਰ ਪਾਇਆ ਜੇ, ਜੇ ਤੁਹਾਡੇ ਟੁਕੜੇ ਟੁਕੜੇ ਕਰਕੇ ਹਵਾ ਚ ਉਡਾ ਦੇ ਤਾਂ ਮੈਂ ਆਪਣੇ ਬਾਬਾ ਜੀ ਦਾ ਬੇਟਾ ਨਹੀਂ। ਇਹ ਕਸ਼ਮੀਰ ਨਹੀਂ, 370 ਧਾਰਾ ਲਾਤੀ, ਫੌਜ ਭੇਜਤੀ। ਇਹ ਪੰਜਾਬ ਹੈ, ਇੱਥੇ ਮਰਨਾ ਵੀ ਜਾਣਦੇ ਆ ਤੇ ਮਾਰਨਾ ਵੀ ਜਾਣਦੇ ਆ। ਮੈਂ ਆਪਣੇ ਦਿਲ ਦੀ ਪੜਾਸ, ਆਪਣੇ ਦਿਲ ਦਾ ਗੁਬਾਰ, ਮੇਰੀ ਅੱਖਾਂ ਦੇ ਹੰਝੂ, ਮੇਰੀ ਮਾਂ ਨੇ ਮੈਨੂੰ ਪਿੱਛੇ ਗੋਚ ਪਾ ਕੇ 100 ਕਿੱਲਾ ਵਾਇਆ। ਮੈਨੂੰ ਪਤਾ ਜ਼ਿਮੀਂਦਾਰ ਦਾ ਦੁੱਖ ਕੀ ਹੁੰਦਾ। ਮੈਂ ਉਹ ਵਕਤ ਦੇਖਿਆ ਜਦ ਸਵੇਰੇ 4 ਵਜੇ ਬਲਦ ਜੋੜ ਕੇ ਚੱਤ ਜਾਂਦਾ ਸੀ ਆਪਣੇ ਖੇਤਾਂ ਨੂੰ। ਰੋਟੀ ਪਾਣੀ ਵੀ ਉੱਥੇ, ਦੁਪਹਿਰ ਦੀ ਰੋਟੀ ਵੀ ਉੱਥੇ, ਧੁੱਪ ਛਾਂ। ਔਰ ਜਿਹਨੇ ਕਿੱਲਾ ਦਾ ਵਾਇਆ ਹੋਵੇ ਉਹਨੂੰ ਕੀ ਪਤਾ ਕਿਸਾਨ ਦਾ ਦਰਦ ਕੀ ਹੁੰਦਾ। ਇਹਨਾਂ ਨੂੰ ਮੜ ਜਾ ਜੋਤਿਆ ਹੋਵੇ ਨਾ ਬਲਦਾਂ ਦੀ ਥਾਂ, ਅੰਡਾਨੀ ਅੰਬਾਨੀ ਨੂੰ ਤਾਂ ਸਾਰਿਆਂ ਨੂੰ
ਇਹਨਾਂ ਨੂੰ ਪਤਾ ਲੱਗੇ ਵੀ ਕਿਸਾਨ ਹੋਊਗੀ, ਕਿਸਾਨ ਹੁੰਦਾ ਕੀ ਹੈ ਤੇ ਕਿਸਾਨ ਦੀ ਕੀਮਤ ਕੀ ਹੈ। ਅੰਨਦਾਤਾ ਕਿਸਾਨ ਉਹਦੇ ਪੈਰਾਂ ਥੱਲੇ ਆਪਣਾ ਹੱਥ ਰੱਖ ਦੇਣੇ ਚਾਹੀਦੇ ਹੈ। ਉਹ ਐਡਾ ਮਹਾਨ ਹੈ, ਜਿਵੇਂ ਗੁੱਗੂ ਜੀ ਨੇ ਉਹਨੇ ਗੱਲ ਸੁਣਾਈ ਸੀ। ਕਈ ਵਾਰੀ ਮੈਨੂੰ ਆਪਣੇ ਆਪ ਤੇ ਬੜੀ ਸ਼ਰਮ ਆਉਂਦੀ ਹੈ ਇਹ ਸੋਚ ਕੇ ਕਿ ਜ਼ਿੰਦਗੀ ਦੇ ਵਿੱਚ ਤੂੰ ਕ੍ਰਿਕਟ ਖੇਡਦਾ ਰਿਹਾ, ਮੁੰਡਿਆਂ ਨੂੰ ਖਿਲਾਉਂਦਾ ਰਿਹਾ, ਐਕਟਰ ਬਣਾ, ਫਲਾਨਾ ਬਣਾ, ਧਮਕਾ ਬਣਾ। ਸ਼ਾਇਦ ਮੈਂ ਜ਼ਿੰਦਗੀ ਦੇ ਵਿੱਚ ਪੰਜਾਬ ਦੀ ਧਰਤੀ ਤੇ ਨਿਗਾਹ ਮਾਰੀ ਹੁੰਦੀ, ਆਪਣੀਆਂ ਜ਼ਮੀਨਾਂ ਤੇ ਨਿਗਾਹ ਮਾਰੀ ਹੁੰਦੀ, ਜਿਹੜੇ ਮਾਤਾ ਪਿਤਾ ਮੇਰੇ ਲਈ ਛੱਡ ਗਏ ਸੀ। ਸ਼ਾਇਦ ਮੈਂ ਬਹੁਤ ਲੇਟ ਹੋ ਗਿਆ, ਲੇਕਿਨ ਫਿਰ ਵੀ ਅੱਜ ਮੈਂ ਕੌਮ ਨੂੰ ਜਗਾਉਣ ਆਇਆ ਤੇ ਤੁਹਾਨੂੰ ਇਹ ਦੱਸਣ ਆਇਆ ਕਿ ਗੁਰੂ ਸਾਹਿਬ ਨੇ ਸਭ ਨੂੰ ਇਕੱਠੇ ਕੀਤਾ। ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ। ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੁੰਡੇ। ਲੰਗਰ ਦੀ ਪ੍ਰਥਾ ਲਾਈ ਤੇ ਸਾਰੇ ਇੱਕ ਹੋ ਗਏ। ਮੈਂ ਹਮੇਸ਼ਾ ਪੰਜਾਬੀ ਸੂਬੇ ਦੀ ਗੱਲ ਕੀਤੀ ਹੈ, ਜਿਹਦੇ ਵਿੱਚ ਸਾਰੇ ਵਰਗ ਦੇ ਲੋਕ ਰਹਿੰਦੇ ਨੇ ਤੇ ਰਹਿਣਗੇ। ਮੈਂ ਇੱਕ ਗੱਲ ਦੀ ਵਧਾਈ ਦਿੰਦਾ, ਚਲੋ ਸੈਂਟਰ ਸਰਕਾਰ ਨੂੰ, ਤੁਸੀਂ ਸਾਨੂੰ ਬੁਲਾਇਆ, ਜਥੇਬੰਦੀਆਂ ਨੂੰ ਸਾਡੀ ਇੱਜ਼ਤ ਕੀਤੀ, ਮੈਂ ਉਸ ਚੀਜ਼ ਦਾ ਮਾਣ ਕਰਦਾ। ਤੁਸੀਂ 18 ਤਰੀਕ ਨੂੰ ਬੁਲਾ ਰਹੇ ਹੋ ਸਾਨੂੰ, ਮੈਨੂੰ ਉਮੀਦ ਹੈ ਗੌਰ ਕਰਿਓ, ਜੇ ਥੋੜਾ ਕੋਈ ਹੱਲ ਕੱਢਿਆ ਜ਼ਰੂਰ। ਆਫਟਰ ਆਲ ਪੰਜਾਬ ਨੇ ਤੁਹਾਡਾ ਕੀ ਵਿਗਾੜਿਆ, ਪੰਜਾਬੀਆਂ ਨੇ ਤੁਹਾਡਾ ਕੀ ਨੁਕਸਾਨ ਕੀਤਾ, ਮੈਨੂੰ ਦੱਸੋ ਤਾਂ ਸਹੀ, ਕੀ ਖੋਲਿਆ ਤੁਹਾਡਾ? ਤੁਹਾਡੇ ਪਿੱਛੇ ਮਰੇ, ਤੁਹਾਡੇ ਪਿੱਛੇ ਵੱਡ ਵਡੇਰੇ ਸ਼ਹੀਦ ਹੋਏ, ਤੁਹਾਡੀਆਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਦੀ ਖਾਤਰ ਸਾਰੇ ਵੰਸ਼ਵਾਦ ਤੇ ਗੁਰੂ ਮਹਾਰਾਜ ਆਪਣਾ ਸਾਰਾ ਪਰਿਵਾਰ ਤੁਹਾਨੂੰ ਦੇ ਗਏ। ਕੀ ਵਿਗਾੜਿਆ ਤੁਹਾਡਾ? ਕਿਸੇ ਨੂੰ ਪਾਣੀ ਦਾ ਗਲਾਸ ਪਿਲਾਇਆ ਹੋਵੇ ਨਾ, ਉਹ ਨਹੀਂ ਬੰਦਾ ਕਦੇ ਭੁੱਲਦਾ। ਕਿਸੇ ਨੇ ਕਿਸੇ ਨੇ ਇੰਨਾ ਸਾਲ ਕੀਤਾ ਹੋਵੇ, ਉਹ ਨਹੀਂ ਬੰਦਾ ਕਦੇ ਭੁੱਲਦਾ। ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ, ਤੁਹਾਨੂੰ ਗੁਲਾਮੀ ਚੋਂ ਛੁੱਟੀ ਦਵਾਈ ਤੁਹਾਡੇ ਦੇ ਮੁਗਲ 20,000 ਹਿੰਦੂ ਰੋਜ਼ ਵੜਦਾ ਸੀ, ਜਨੇਵ ਲਾਉਂਦਾ ਸੀ, ਟੋਪੀਆਂ ਸਰਦਾ ਸੀ, ਔਰੰਗਜ਼ੇਬ ਵੇਚ ਕੇ ਰੋਟੀ ਖਾਂਦਾ ਸੀ। ਤੁਸੀਂ ਅਰਦਾਸ ਕੀਤੀ ਖੁਦਾ ਨੂੰ ਕਿ ਰੱਬਾ ਕੋਈ ਰਹਿਨੁਮਾ ਭੇਜ, ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ। 350 ਸਾਲ 400 ਸਾਲ ਸਾਡੇ ਗੁਰੂਆਂ ਨੂੰ ਲੱਗ ਗਏ। ਇੱਕ ਇੱਕ ਬੱਚਾ, ਇੱਕ ਇੱਕ ਜੀ ਕਰਦਾ ਕੁਰਬਾਨ ਕਰਤਾ ਗੁਰੂਆਂ ਨੇ। ਕਿਹਦੇ ਪਿੱਛੇ? ਮੈਨੂੰ ਜਵਾਬ ਚਾਹੀਦਾ, ਕਿਹਦੇ ਪਿੱਛੇ? ਇਹਨਾਂ ਲੋਕਾਂ ਪਿੱਛੇ। ਇਹ ਉਹ ਲੋਕ ਜਿਹੜੇ ਲਤਾੜੇ ਹੋਏ ਲੋਕ ਸੀ। ਮੁਹੰਮਦ ਗਜਨੀ ਦਾ ਨਾਮ ਸੁਣਿਆ ਹੋਊਗਾ। ਜੋ ਕੁਛ ਇੱਥੇ ਕਰ ਗਿਆ ਹਿੰਦੁਸਤਾਨ ਚ ਆ ਕੇ ਮੈਂ ਸੁਣਾ ਦਿਆਂ ਤੇ ਮੇਰੇ ਆਪਣੇ ਰੋਂਗਟੇ ਖੜੇ ਹੋ ਜਾਂਦੇ ਆ। ਉਹ ਔਰੰਗਜ਼ੇਬ ਜਿਹਦੇ ਨਾਲ ਗੱਲਬਾਤ ਕਰਨ ਗਏ ਸੀ ਗੁਰੂ ਤੇਗ ਬਹਾਦਰ ਸਾਹਿਬ, ਕੀ ਗੱਲ ਹੋਈ? ਔਰੰਗਜ਼ੇਬ ਕਹਿੰਦਾ, ਗੁਰੂ ਜੀ ਆਦਬ ਸਨਮਾਨ ਨਾਲ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਤੁਸੀਂ ਮੱਥੇ ਤੇ ਤਿਲਕ ਨਹੀਂ ਲਾਇਆ, ਜਿਉਂ ਵੀ ਨਹੀਂ ਪਾਇਆ, ਤੁਸੀਂ ਹਿੰਦੂਆਂ ਦੀ ਰੱਖਿਆ ਕਿਉਂ ਕਰ ਰਹੇ? ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਮੈਂ ਹਿੰਦੂਆਂ ਦੀ ਰੱਖਿਆ ਕਰਨ ਨਹੀਂ ਆਇਆ, ਮੈਂ ਜ਼ੁਲਮ ਦੇ ਖਿਲਾਫ ਆਇਆ। ਜੋ ਤੂੰ ਕਰ ਰਿਹਾ ਉਹ ਪਿਆਰ ਨਾ ਕਰ, ਸਿਦਕ ਨਾ ਕਰ, ਭਾਵੇਂ ਸਾਰਿਆਂ ਨੂੰ ਆਪਣੇ ਮਜ਼ਹਬ ਰਲਾ ਲੈ। ਉਹ ਕਹਿੰਦਾ, ਗੁਰੂ ਜੀ ਮੈਂ ਇਸ ਕਰਕੇ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਤਾਂ ਕਿ ਧਰਮਾਂ ਪਿੱਛੇ ਲੜਾਈ ਨਹੀਂ ਹੋਵੇ। ਧਰਮਾਂ ਪਿੱਛੇ ਲੋਕ ਲੜਦੇ ਨੇ, ਇੱਕੋ ਧਰਮ ਹੋਏਗਾ, ਲੜਾਈ ਨਹੀਂ ਹੋਊਗੀ। ਗੁਰੂ ਤੇਗ ਬਹਾਦਰ ਮਹਾਰਾਜ ਕੀ ਕਹਿੰਦੇ ਆ? ਜਿਸ ਤਰ੍ਹਾਂ ਹੁੰਦਾ ਤਾਂ ਸਾਰਿਆਂ ਦੀ ਸ਼ਕਲ ਇੱਕੋ ਜਿਹੀ ਹੁੰਦੀ, ਜਿਸ ਤਰ੍ਹਾਂ ਹੁੰਦਾ ਤਾਂ ਕਾਇਨਾਤ ਇੱਕੋ ਜਿਹੀ ਹੁੰਦੀ, ਜਿਸ ਤਰ੍ਹਾਂ ਹੁੰਦਾ ਤਾਂ ਫਸਲਾਂ ਇੱਕੋ ਜਿਹੀਆਂ ਹੁੰਦੀਆਂ। ਨਹੀਂ, ਰੱਬ ਨੇ ਇੱਕ ਬਾਗ ਬਣਾਇਆ, ਬਗੀਚਾ ਬਣਾਇਆ, ਉਹਦੇ ਤਰ੍ਹਾਂ ਤਰ੍ਹਾਂ ਦੇ ਫੁੱਲ ਲਾਏ ਆ, ਗੁਲਦਸਤਾ ਬਣਾਇਆ। ਇਹ ਖੁਦਾ ਦੇ ਖਿਲਾਫ ਹੈ, ਅੱਲਾ ਦੇ ਖਿਲਾਫ ਹੈ। ਫਿਰ ਜਦ ਰਾਜੇ ਨੂੰ ਕੋਈ ਗੱਲ ਨਾ ਆਵੇ, ਫਿਰ ਉਹ ਇਹ ਕਹਿੰਦਾ ਜੀ ਜਾਂ ਤਾਂ ਮੇਰੀ ਗੱਲ ਮੰਨ ਲਓ, ਨਹੀਂ ਮੈਂ ਤੈਨੂੰ ਸ਼ਹੀਦ ਕਰ ਦਿਆਂਗਾ। ਤੇ ਗੁਰੂ ਸਾਹਿਬ ਕਹਿੰਦੇ ਨਹੀਂ ਤਾਂ ਕਰਨਾ ਹੈ। ਫਿਰ ਕੀ ਹੋਇਆ? ਉਸ ਤੋਂ ਬਾਅਦ
10ਵੇਂ ਪਾਤਸ਼ਾਹ ਦੇ ਸਿੰਘ ਸਾਜੇ ਮੈਨੂੰ ਦੱਸੋ ਕਿੰਨੇ ਕੁ ਸਿੰਘ ਰਹੇ ਹੋਣਗੇ ਜੋ ਮੇਰੀ ਸੋਚ ਕਹਿੰਦੀ ਹੈ ਜਾਂ ਜੋ ਮੈਂ ਪੜ੍ਹਿਆ ਹੈ ਕਿ 5000 10,000 ਤੋਂ ਜ਼ਿਆਦਾ ਸਿੰਘ ਗੁਰੂ ਸਾਹਿਬ ਕਦੇ ਰਹੇ ਨਹੀਂ। ਇਹ ਕਦੇ ਹੋ ਸਕਦਾ ਹੈ ਕਿ 5000 ਸਿੰਘ ਗੁਰੂ ਸਾਹਿਬ ਦੇ ਨਾਲ ਤੇ ਮੁਗਲਾਂ ਦੀ ਜੜ ਪੱਟ ਕੇ ਰੱਖ ਦੇਣ? ਹੋਇਆ ਕਿ ਨਹੀਂ ਹੋਇਆ? ਹੋਇਆ। ਤੇ ਫਿਰ ਕੀ ਗੱਲ, ਸਾਡਾ ਟੋਟਰੂ ਜਿਹਾ ਪੰਜਾਬ ਨਹੀਂ ਹੈ। ਇਹ ਪੰਜਾਬ ਬਹੁਤ ਵੱਡਾ ਤੇ ਕੰਨ ਖੋਲ ਕੇ ਸੁਣ ਲਿਓ। ਦਿੱਲੀ ਦੇ ਰਹਿਨੁਮਾਓ, ਜਿੱਧਰ ਪੰਜਾਬ ਚੋਂ ਇਹ ਲਹਿਰ ਚੱਲੀ ਔਰ ਤੁਸੀਂ ਇਹ ਸੋਚ ਲਿਆ ਕਿ ਅਸੀਂ ਪੰਜਾਬ ਵਾਸੀਆਂ ਨੂੰ ਦਬਾ ਦੇਵਾਂਗੇ, ਤਾਂ ਯਾਦ ਰੱਖਿਆ ਜੇ ਇੱਕ ਇੱਕ ਬੱਚਾ ਸ਼ਹੀਦ ਹੋਊਗਾ। ਔਰਤਾਂ ਮਾਵਾਂ ਭੈਣਾਂ ਧੀਆਂ ਸਾਰੇ ਸ਼ਹੀਦ ਹੋਵਾਂਗੇ। ਪਰ ਰੱਬ ਕਰੇ ਐਸਾ ਵਕਤ ਆਵੇ ਸਭ ਤੋਂ ਪਹਿਲੀ ਗੋਲੀ ਮੈਂ ਖਾਵਾਂ, ਮੇਰੇ ਨਾਲ ਗੁੱਗੂ ਵੀ ਚੱਲੇਗਾ, ਮੇਰੇ ਨਾਲ ਸਾਰਾ ਪੰਜਾਬ ਚੱਲੇਗਾ। ਦਿਮਾਗ 'ਚ ਗੱਲ ਕਰ ਦੇਂਗੇ, ਇਹ ਗੱਲ ਉਹਨਾਂ ਦੇ ਕੰਨ ਤੱਕ ਪਹੁੰਚਾਉਣੀ ਬਹੁਤ ਜ਼ਰੂਰੀ ਹੈ। ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗਦੀ ਹੈ, ਗੁੱਗੂ ਜੀ ਸੁਣਿਓ ਜੇ, ਮੈਂ ਬਹੁਤ ਸਾਰੀਆਂ ਵੀਡੀਓ ਮੇਰੇ ਕੋਲ ਆਉਂਦੀਆਂ, ਫੌਜੀ ਸੀਆਰਪੀ ਪੁਲਿਸ ਵਾਲੇ BSF ਵਾਲੇ, ਉਹ ਮੈਨੂੰ ਕੀ ਕਹਿੰਦੇ ਆ, ਮੈਨੂੰ ਮਾਣ ਇਸ ਗੱਲ ਦਾ, ਕਹਿੰਦੇ ਯੋਗ ਭਾਜੀ ਤੁਹਾਡੇ ਨਾਲ ਖੜੇ ਆ, ਜਿਹੜੀ ਗਲਤੀ ਪਹਿਲਾਂ ਕੀਤੀ ਹੁਣ ਨਹੀਂ ਕਰਦੇ, ਕਿਉਂਕਿ ਹੁਣ ਸਾਡੇ ਵੱਡ ਵਡੇਰਾਂ ਦੀ ਪੱਗ ਦੇ ਸਵਾਲ ਆ ਗਏ। ਜਿਉਂਦੇ ਵਸਦੇ ਰਹੋ। ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਤੁਹਾਡੀਆਂ ਨੌਕਰੀਆਂ ਵੀ ਨਹੀਂ ਰਹਿਣੀਆਂ ਜੇ ਜੱਗ ਦੀ ਜ਼ਮੀਨ ਨਾ ਰਹੀ, ਕਿਉਂਕਿ ਜੇ ਸਾਰਾ ਕੁਝ ਪ੍ਰਾਈਵੇਟਾਈਜ਼ੇਸ਼ਨ ਹੋ ਗਿਆ ਇਸ ਦੇਸ਼ ਦੇ ਵਿੱਚ ਤਾਂ ਇੱਥੇ ਸਿਰਫ ਉਹੀ ਪੂੰਜੀਪਤੀ ਰਹਿਣਗੇ, ਬਾਕੀ ਤੁਸੀਂ ਤੇ ਮੈਂ, ਸਾਡਾ ਉਹ ਹਾਲ ਹੋਊਗਾ ਜੋ ਔਰੰਗਜ਼ੇਬ ਵੇਲੇ ਹੁੰਦਾ ਸੀ। ਜਾਗੋ, ਆਪਣੇ ਆਪਣੇ ਬੱਚਿਆਂ ਨੂੰ ਬਾਣੀ ਪੜਾਓ, ਆਪਣੇ ਆਪਣੇ ਬੱਚਿਆਂ ਨੂੰ ਆਪਣੇ ਈਸ਼ਟ ਆਪਣੇ ਧਰਮ ਦੇ ਨਾਲ ਜੋੜੋ, ਜੋਧਿਆਂ ਦੀਆਂ ਕਹਾਣੀਆਂ ਸੁਣਾਓ, ਕਿਰਦਾਰ ਬਣਾਓ। ਕਰੈਕਟਰ, ਕਿਰਦਾਰ ਕੀ ਹੁੰਦਾ? ਮੈਂ ਦੱਸਦਾ ਕਿਰਦਾਰ ਕੀ। ਹਰੀ ਸਿੰਘ ਨਲੂਆ ਦਾ ਨਾਂ ਸੁਣੇ, ਕੰਧਾਰ ਦੇ ਵਿੱਚ ਤੰਬੂ ਲੱਗਿਆ ਸੀ। ਇੱਕ ਬਾਨੋ ਨਾਂ ਦੀ ਮੁਟਿਆਰ ਆਪਣੇ ਸ਼ੌਹਰ ਨੂੰ ਕਹਿੰਦੀ ਹੈ ਮੈਂ ਹਰੀ ਸਿੰਘ ਨਲੂਏ ਦੇ ਦਰਸ਼ਨ ਕਰਨੇ ਆ। ਉਹ ਕਹਿੰਦਾ ਭਰਾਈ ਕੌਮ ਦੇ ਸਰਦਾਰ ਨੇ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਕਰਦੇ, ਪਰ ਉਹ ਕਹਿੰਦੀ ਮੈਂ ਤਾਂ ਸੁਣਿਆ ਇਹ ਗੁਰੂਦੇਵ ਸਿੰਘ ਨੇ ਜਿਹੜੇ ਧੀਆਂ ਭੈਣਾਂ ਨੂੰ ਆਪਣੀ ਹਿੱਕ ਨਾਲ ਲਾ ਕੇ ਰੱਖਦੇ, ਵੱਡੀ ਮਾਂ ਬਰਾਬਰ ਦੀ ਭੈਣ ਤੇ ਛੋਟੀ ਧੀ। ਮੈਂ ਇਹ ਸੁਣਿਆ, ਮੈਂ ਵੇਖਣਾ ਚਾਹੁੰਦੀ ਹਾਂ ਇਹ ਸਿੰਘ ਕਿਹੋ ਜਿਹੇ ਨੇ। ਉਹ ਗਈ ਹਰੀ ਸਿੰਘ ਨੂੰ ਮਿਲੀ, ਫਤਿਹ ਬੁਲਾਈ। ਹਰੀ ਸਿੰਘ ਜੀ ਕਹਿਣ ਲੱਗੇ ਦੱਸੋ ਬਾਨੋ ਜੀ ਕਿਵੇਂ ਆਏ? ਬਾਨੋ ਕਹਿੰਦੀ ਮੈਂ ਚੰਦ ਸਵਾਲ ਕਰਨੇ ਜਵਾਬ ਚਾਹੀਦਾ। ਪਹਿਲਾ ਸਵਾਲ ਇਹ, ਤੁਸੀਂ ਸਾਡੀ ਧਰਤੀ ਤੇ ਕਬਜ਼ਾ ਕਿਉਂ ਕੀਤਾ? ਹਰੀ ਸਿੰਘ ਨਲੂਆ ਜੀ ਕਹਿੰਦੇ ਆਪਣੀ ਧਰਤੀ, ਆਪਣਾ ਘਰ, ਆਪਣੇ ਬੱਚੇ, ਆਪਣੀਆਂ ਮਾਵਾਂ ਧੀਆਂ, ਆਪਣੇ ਬਜ਼ੁਰਗਾਂ ਨੂੰ ਬਚਾਉਣਾ, ਸੇਵਾ ਕਰਨਾ, ਰੱਖਿਆ ਕਰਨੀ ਜੁਰਮ ਹੈ, ਗੁਨਾਹ ਹੈ ਕਿ ਸੱਚ ਹੈ? ਕਹਿੰਦੀ ਸੱਚ ਹੈ। ਬਹੁਤ ਗੱਲਾਂ ਹੋਈਆਂ, ਬਹੁਤ ਕੁਝ ਹੋਇਆ। ਬਾਨੋ ਹਰੀ ਸਿੰਘ ਨਲੂਆ ਨੂੰ ਕਹਿੰਦੀ ਹਰੀ ਸਿੰਘ ਨਲੂਆ ਮੈਂ ਸੁਣਿਆ ਗੁਰੂ ਦਾ ਘਰ ਹੈ, ਗੁਰੂ ਨਾਨਕ ਦਾ, ਇੱਥੋਂ ਜੋ ਮੰਗੋ ਮਿਲਦਾ ਹੈ, ਇਹ ਸੱਚ ਹੈ? ਹਰੀ ਸਿੰਘ ਨਲੂਆ ਕਹਿਣ ਲੱਗਾ ਬਿਲਕੁਲ ਸੱਚ। ਬਾਨੋ ਜੀ ਮੰਗੋ ਕੀ ਮੰਗਣਾ? ਕਹਿੰਦੀ ਵੇਖ ਲਓ ਕਿਤੇ ਮੁੱਕਰ ਨਾ ਜਾਇਓ। ਉਹ ਕਹਿੰਦੇ ਹੁਣ ਤੂੰ ਮੇਰੇ ਗੁਰੂ ਦਾ ਹੁਕਮ ਦਿੱਤਾ, ਮੈਨੂੰ ਮੰਗ ਕੀ ਮੰਗਣਾ? ਬਾਨੋ ਕਹਿਣ ਲੱਗੀ ਮੈਨੂੰ ਹਰੀ ਸਿੰਘ ਨਲੂਆ ਤੇਰੇ ਦਾ ਲਾਲ ਚਾਹੀਦਾ। ਹਰੀ ਸਿੰਘ ਨਲੂਆ ਕਹਿੰਦਾ ਲਾਲ ਕਿਹੋ ਜਿਹਾ ਵੀ ਹੋਵੇ, ਕਾਲਾ ਹੋਵੇ, ਪੀਲਾ ਹੋਵੇ, ਕੈਸਾ ਵੀ ਹੋਵੇ, ਧਰਮੀ ਹੋਣਾ ਚਾਹੀਦਾ, ਸੰਸਕਾਰੀ ਹੋਣਾ ਚਾਹੀਦਾ, ਧੀਆਂ ਭੈਣਾਂ ਦੀ ਇੱਜ਼ਤ ਕਰਨ ਵਾਲਾ ਹੋਣਾ ਚਾਹੀਦਾ। ਬਾਨੋ ਨੇ ਫੇਰ ਕਿਹਾ ਨਹੀਂ, ਆਪਣੀ ਕੁੱਖ ਚੋਂ ਤੇਰਾ ਲਾਲ ਚਾਹੀਦਾ। ਹਰੀ ਸਿੰਘ ਨਲੂਆ ਕਹਿਣ ਲੱਗੇ ਕੋਈ ਨਹੀਂ, ਖੜੋ, ਜੇ ਤੂੰ ਕਿਤੇ ਹੋਰ ਖੜੀ ਹੁੰਦੀ ਮੈਂ ਤੇਰੀ ਧੌਣ ਲਾ ਦੇਣੀ ਸੀ, ਪਰ ਤੂੰ ਖੜੀ ਉੱਥੇ ਹੈ ਬੀਬਾ, ਔਰ ਇਹ ਗੱਲ ਜਿਹੜੀ ਤੂੰ ਕੀਤੀ ਹੈ ਇਹਦੇ ਨਾਲ ਸਿੰਘ ਦਾ ਸਿੱਧਕ ਨਹੀਂ ਡੋਲਦਾ।
ਜਦ ਬਾਨੋ ਜਾਣ ਲੱਗੀ ਉਹਨੇ ਤਾਨਾ ਮਾਰਿਆ, ਤੂੰ ਕਹਿੰਦਾ ਸੀ ਕਿ ਗੁਰੂ ਨਾਨਕ ਦਾ ਘਰ ਹੈ, ਜੋ ਮੰਗੋ ਮਿਲੂਗਾ। ਪਰ ਅੱਜ ਉਹ ਗੱਲ ਝੂਠੀ ਹੋ ਗਈ। ਹਰੀ ਸਿੰਘ ਨਲੂਆ ਨੇ ਕਿਹਾ ਰੁਕ ਰੁਕ, ਸਿੰਘ ਨੂੰ ਕਿਹਾ ਜਾ ਲੋਈ ਲੈ ਕੇ ਆ। ਵੱਡੀ ਸਾਰੀ ਲੋਈ ਆਈ। ਹੁਣ ਦੇਖਿਆ ਆਪਣੇ ਕਿਰਦਾਰ, ਝਾਕਿਆ ਤੇ ਆਪਣੀ ਆਪਣੀ ਜ਼ਮੀਰ ਦੇ ਵਿੱਚ ਸਾਰੇ ਲੋਈ ਸਿਰ ਤੇ ਦੇ ਦੀ ਬਾਨੋ ਦੇ ਪੈਰਾਂ 'ਚ ਮੱਥਾ ਟੇਕ ਕੇ ਕਹਿੰਦਾ ਹੈ, ਬਾਨੋ ਤੈਨੂੰ ਹਰੀ ਸਿੰਘ ਨਲੂਏ ਵਰਗਾ ਪੁੱਤ ਚਾਹੀਦਾ ਸੀ ਨਾ, ਜਾ ਅੱਜ ਤੋਂ ਬਾਅਦ ਤੂੰ ਮੇਰੀ ਮਾਂ ਹੋਈ ਤੇ ਹਰੀ ਸਿੰਘ ਨਲੂਆ ਤੇਰਾ ਪੁੱਤ ਹੋਇਆ। ਕੱਢੋ ਇਹਦੇ ਕਿਰਦਾਰ, ਮੇਰਾ ਅੱਖ ਮਿਲਾ ਕੇ ਦੱਸੋ, ਜਦੋਂ ਇਹ ਕਿਰਦਾਰ ਬਣਨਗੇ ਉਦੋਂ ਤੁਹਾਡੇ ਚ ਹਰੀ ਸਿੰਘ ਨਲੂਆ ਵੀ ਪੈਦਾ ਹੋਊਗਾ, ਅਕਾਲੀ ਫੂਲਾ ਸਿੰਘ ਵੀ ਪੈਦਾ ਹੋਊਗਾ, ਜਨਰਲ ਜੋਰਾਵਰ ਸਿੰਘ ਵੀ ਪੈਦਾ ਹੋਊਗਾ, ਜਨਰਲ ਮੋਹਕਮ ਸਿੰਘ ਵੀ ਪੈਦਾ ਹੋਊਗਾ। ਕਿਰਦਾਰ ਬਣਾਉਣਾ ਬਹੁਤ ਜ਼ਰੂਰੀ ਹੈ। ਤੇ ਜਦ ਬਾਨੋ ਨੇ ਹਰੀ ਸਿੰਘ ਨਲੂਆ ਨੂੰ ਚੱਕਿਆ ਮੋਢੇ ਤੋਂ, ਕਹਿੰਦੀ ਮੈਂ ਸਿੱਖਾਂ ਦੇ ਘਰੇ ਜਨਮ ਤਾਂ ਨਹੀਂ ਲਿਆ, ਪਰ ਹਰੀ ਸਿੰਘ ਨਲੂਆ ਅੱਜ ਤੈਨੂੰ ਪੁੱਤਰ ਬਣਾ ਕੇ ਬਾਨੋ ਧੰਨ ਹੋ ਭੱਜੀ ਜਾਂਦੀ ਹੈ। ਹਨੇਰੀ ਆ ਗਈ, ਤਿੱਲੇ ਤੇ ਖੜੀ ਆ। ਅੱਜ ਵੀ ਅਫਗਾਨਿਸਤਾਨ ਦੇ ਬਾਰਡਰ ਤੇ ਕਾਲਾ ਪੱਥਰ ਤੇ ਉਹਦੀ ਸਿਤਾਰ ਬਣੀ ਹੋਈ, ਜਾ ਕੇ ਦੇਖ ਲਿਓ ਜੇ। ਉੱਚੇ ਹੱਥ ਕਰਕੇ ਕਹਿੰਦੀ ਹੈ 10ਵੇਂ ਪਾਤਸ਼ਾਹ ਮੈਨੂੰ ਦਰਸ਼ਨ ਦੇ, ਜਿਸ ਗੁਰੂ ਦੇ ਸਿੰਘੇ ਹੋ ਜੇ ਨੇ ਉਹ ਗੁਰੂ ਕੈਸਾ ਹੋਵੇਗਾ ਮੈਂ ਦੇਖਣਾ ਚਾਹੁੰਦਾ। ਓਏ ਗੁਰੂ ਦੇ ਲਾਲਾ, ਓਏ ਨੌਜਵਾਨੋ, ਆਪਣੇ ਆਪ ਨੂੰ 10ਵੇਂ ਪਾਤਸ਼ਾਹ ਦਾ ਪੁੱਤਰ ਕਹਿਣ ਵਾਲਿਓ, ਗੁਰੂ ਘਰ ਦੇ ਰਹਿਨੁਮਾਓ, ਕੀ ਕਹਿਣਗੇ ਗੁਰੂ, ਕੀ ਕਹਿਣਗੇ ਵੱਡ ਵਡੇਰੇ ਜੇ ਅੱਜ ਆਪਾਂ ਆਪਣੀ ਪੰਜਾਬ ਦੀ ਧਰਤੀ ਨੂੰ ਨਾ ਸੰਭਾਲਿਆ? ਕਹਿਣਗੇ धिक्कार ਹੈ ਤੁਹਾਡੀ ਜ਼ਿੰਦਗੀ ਤੇ, ਤੁਹਾਨੂੰ ਜੀਣ ਦਾ ਕੋਈ ਹੱਕ ਨਹੀਂ ਔਰ ਤੁਹਾਨੂੰ ਜਨਮ ਲੈਣ ਦਾ ਵੀ ਕੋਈ ਹੱਕ ਨਹੀਂ। ਮੈਂ ਹੋਕਾ ਇਸ ਕਰਕੇ ਦੇ ਰਿਹਾ, ਕੁਛ ਹੋਵੇ ਨਾ ਹੋਵੇ, ਮੇਰੇ ਬਾਪੂ ਜੀ ਬਾਬਾ ਦੀਪ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਥਾਪੜਾ ਲੈ ਕੇ ਮੈਂ ਤੁਰਿਆ, ਔਰ ਮੈਨੂੰ ਇਹ ਨਹੀਂ ਕਹਿਣਗੇ, ਮੈਂ ਕਹੂੰ ਬਾਪੂ ਜੀ ਮੈਂ ਤੁਹਾਡਾ ਥਾਪੜਾ ਲੈ ਕੇ ਗਿਆ ਤਾਂ ਸੀ, ਪਰ ਕਿਸੇ ਨੇ ਮੰਨੀ ਨਾ ਮੰਨੀ ਇਹ ਤੁਹਾਨੂੰ ਪਤਾ, ਮੈਂ ਆਪਣੀ ਹਾਜ਼ਰੀ ਲਾ ਕੇ ਆ ਗਿਆ, ਮੈਨੂੰ ਆਪਣੇ ਟਿਕਣਾ ਲਾ ਲੈਣਗੇ, ਮੈਨੂੰ ਪਤਾ ਇਸ ਗੱਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜੋ ਕੁਝ ਹੋ ਰਿਹਾ ਹੈ ਉਹਦੇ ਹੁਕਮ ਨਾਲ ਹੋ ਰਿਹਾ, ਜੋ ਕੁਝ ਹੋ ਰਿਹਾ ਹੈ ਉਹਦੇ ਹੀ ਹੁਕਮ ਨਾਲ ਹੋ ਰਿਹਾ। ਲੇਕਿਨ ਅਕਾਲ ਪੁਰਖ ਨੇ ਬਰਛਾ ਗੱਡਿਆ ਪੰਜਾਬ ਦੀ ਧਰਤੀ ਦੀ ਹਿੱਕ 'ਚ। ਕਿਉਂ ਗੱਡਿਆ? ਤੁਹਾਨੂੰ ਦੱਸਣ ਵਾਸਤੇ। ਉੱਠੋ, ਜਾਗੋ, ਦੇਖੋ, ਤੁਹਾਡੇ ਗੁਰੂਆਂ ਨੇ, ਤੁਹਾਡੇ ਪੀਰਾਂ ਨੇ, ਤੁਹਾਡੇ ਵੱਡ ਵਡੇਰਿਆਂ ਨੇ ਤੁਹਾਨੂੰ ਬੜੀ ਪਿਆਰੀ ਤੇ ਸੋਹਣੀ ਧਰਤੀ ਪੰਜਾਬ ਦੀ ਦਿੱਤੀ ਸੀ, ਤੁਸੀਂ ਉਹਦਾ ਸਤਿਆਨਾਸ਼ ਤੇ ਬੇੜਾ ਗਰਕ ਕਰ। ਇਹ ਕਿਆ ਕਰਨਗੇ ਤੁਹਾਨੂੰ? ਤੁਸੀਂ ਚਾਹੁੰਦੇ ਹੋ ਤੁਹਾਡੇ ਵੱਡ ਵਡੇਰੇ ਤੁਹਾਨੂੰ ਕਹਿਣ ਲੱਖ ਲਾਹਨਤ ਹੈ ਤੇਰੇ ਜਨਮ ਤੇ, ਜਾਂ ਤੁਹਾਡੇ ਵੱਡ ਵਡੇਰੇ ਕਹਿਣ ਆ ਮੇਰੇ ਪੁੱਤਰਾ ਮੇਰੀ ਹਿੱਕ ਨਾਲ ਲੱਗ ਜਾ? ਵੱਡ ਵਡੇਰੇ ਤੇ ਗੁਰੂਆਂ ਦੀ ਪੱਗ ਨੂੰ ਤੂੰ ਦਾਗ ਨਹੀਂ ਲੱਗਣ ਦਿੱਤਾ। ਕੀ ਚਾਹੁੰਦੇ ਦੱਸੋ ਮੈਨੂੰ? ਜੇ ਚਾਹੁੰਦੇ ਹੋ ਤਾਂ ਹੱਥ ਖੜੇ ਕਰੇਗੇ ਸਾਰੇ, ਜਿਹੜਾ ਨਾ ਹੱਥ ਖੜੇ ਕਰੇ ਮੈਂ ਸਮਝੂਗਾ ਪੰਜਾਬ ਦਾ ਤਾਗੀ ਹੈ। ਹੱਥ ਖੜੇ ਕਰੋ। ਜਿੱਦਣ ਗੋਲੀ ਚੱਲੀ, ਮੇਰਾ ਚੈਲੰਜ ਹੈ ਸੈਂਟਰ ਸਰਕਾਰ ਨੂੰ, ਅਜੇ ਵੀ ਮੁੱਦੇ ਸਮਝਾ ਲਿਓ ਜੀ, ਪਰ ਇਹ ਨਾ ਸਮਝਿਓ ਕਿ ਤੁਸੀਂ ਇੱਥੇ ਮਿਲਟਰੀ ਲਾ ਕੇ, CRPF ਲਾ ਕੇ, BSF ਲਾ ਕੇ ਪੰਜਾਬ ਨੂੰ ਛੜਨੀ ਕਰ ਦਿਓਗੇ। ਨਹੀਂ 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 ਨਹੀਂ, ਜਿੱਥੇ ਇੱਕ ਇੱਕ ਖੂਨ ਦਾ ਕਤਰਾ ਗਿਰੇਗਾ ਉੱਥੇ 10-10 ਸ਼ਹੀਦ ਪੈਦਾ ਹੋਣਗੇ। ਜਿੱਥੇ ਕਿਸੇ ਮਾਂ ਦੀ ਕੁੱਖ ਉਜੜੀ ਉੱਥੇ ਰੱਬ ਆਪ ਖੜੇਗਾ, ਔਰ ਜਿੱਥੇ ਪੰਜਾਬ ਦੀ ਧਰਤੀ ਨੂੰ ਦਾਗ ਲੱਗਿਆ ਉੱਥੇ ਗੁਰੂ ਆਪ ਬਰਕਤ ਕਰੇਗਾ। ਮੈਂ ਬਸ ਇਹੀ ਗੱਲ ਕਹਿਣੀ ਹੈ, ਜਾਂਦੇ ਚੰਦੇ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ, ਅਕਾਲ ਪੁਰਖ ਨਾਲ ਜੋੜੋ, ਗੁਰੂਆਂ ਨਾਲ ਜੋੜੋ। ਦੱਸੋ ਆ ਬੱਚਿਆਂ ਨੂੰ ਕਿ ਤੁਹਾਡਾ ਕੀ ਫਰਜ਼ ਬਣਦਾ। ਆਪਣੇ ਘਰੋਂ ਆਪਣੀਆਂ ਮਾਤਾਵਾਂ ਨੂੰ ਕੱਢੋ, ਭੈਣਾਂ ਨੂੰ, ਧੀਆਂ ਨੂੰ, ਮੁੰਡਿਆਂ ਨੂੰ, ਬੱਚਿਆਂ ਨੂੰ। ਚਲੋ 26-27 ਨੂੰ ਦਿੱਲੀ ਜਾਣਾ, ਮੈਂ ਵੀ ਦੇਖਣਾ ਚਾਹੁੰਦਾ ਕਿ ਪੰਜਾਬ ਦੀ ਧਰਤੀ 'ਚ ਕਿਹੜਾ ਸੂਰਮਾ ਜਿਹੜਾ ਘਰ ਬੈਠੇ ਤੇ ਨਾਲ ਤੁਰਦਾ। ਇਸ ਕਰਕੇ
मैं दुआ करदा कि महाराज 18 तरीक ਨੂੰ ਤੇ ਚੰਗੀ ਮੱਤ ਦੇਵੇ। ਅਖੀਰ 'ਚ ਪ੍ਰਧਾਨ ਮੰਤਰੀ ਜੀ ਨੂੰ, ਮੋਦੀ ਜੀ ਨੂੰ ਹੱਥ ਜੋੜ ਕੇ ਅਪੀਲ ਕਰਦਾ, ਮੈਂ ਜਿੱਦਾਂ ਤੁਸੀਂ ਅਹੁਦਾ ਸੰਭਾਲਿਆ ਸੀ, ਤੁਸੀਂ ਉਧਰ ਸੰਵਿਧਾਨ ਦੀ ਕਿਤਾਬ ਨੂੰ ਮੱਥਾ ਟੇਕੋ। ਇਹ ਠੀਕ ਹੈ? ਜਦੋਂ ਪਾਰਲੀਮੈਂਟ ਦੇ ਵਿੱਚ ਤੁਸੀਂ PM ਸਾਹਿਬ ਅਹੁਦਾ ਸੰਭਾਲਿਆ ਸੀ, ਤੁਸੀਂ ਸੰਵਿਧਾਨ ਦੀ ਕਿਤਾਬ ਨੂੰ ਮੱਥਾ ਟੇਕਿਆ ਸੀ, ਔਰ ਉਹ ਸੰਵਿਧਾਨ ਜਿਹੜਾ ਸਾਡੇ ਵੱਡੇ ਬਜ਼ੁਰਗਾਂ ਨੇ ਲਿਖਿਆ, ਪੀਰ ਪੈਗੰਬਰਾਂ ਨੇ ਲਿਖਿਆ, ਸ਼ਹੀਦਾਂ ਨੇ ਲਿਖਿਆ, ਉਹ ਸੰਵਿਧਾਨ ਉਹਦੀ ਤੁਹਾਨੂੰ ਰੱਖਿਆ ਕਰਨੀ ਚਾਹੀਦੀ ਹੈ। ਹਿੰਦੁਸਤਾਨ ਪੰਜਾਬ ਵੀ ਤੁਹਾਡਾ ਹੈ, ਤੁਸੀਂ ਪੰਜਾਬ ਨੂੰ ਵੱਖ ਕਿਉਂ ਸਮਝਦੇ ਹੋ? ਇਹ ਵੀ ਤੁਹਾਡਾ ਹੈ। ਹਿੰਦੁਸਤਾਨ ਦੇ ਲੋਕ ਤੁਹਾਡੇ ਹੈ। ਤੁਹਾਨੂੰ ਸੰਵਿਧਾਨ ਦੀ ਕਸਮ ਹੈ ਕਿ ਤੁਸੀਂ ਸਾਰੇ ਹਿੰਦੁਸਤਾਨ ਨੂੰ ਬਚਾ ਕੇ ਰੱਖਣਾ। ਇਹ ਮੇਰੀ ਅਪੀਲ ਹੈ। ਤੁਸੀਂ ਪ੍ਰਧਾਨ ਮੰਤਰੀ ਹੋ, ਤੁਸੀਂ ਰਹਿਨੁਮਾ ਹੋ, ਤਖਤੋ ਤਾਜ ਦੇ ਮਾਲਕ ਹੋ, ਤੇ ਕੋਈ ਵੀ ਬਾਪ ਆਪਣੇ ਬੱਚਿਆਂ ਨੂੰ, ਆਪਣੇ ਬਜ਼ੁਰਗਾਂ ਨੂੰ, ਆਪਣੀ ਮਾਤਾਵਾਂ ਨੂੰ ਭੁੱਖੇ ਮਰਦੇ ਨਹੀਂ ਦੇਖ ਸਕਦਾ। ਰੱਬ ਦੇ ਵਾਸਤੇ ਕਿਸੇ ਦੇ ਮੂੰਹ 'ਚ ਰੋਟੀ ਨਾ ਲੈ ਕੇ ਜਾਓ, ਕਿਸੇ ਨੂੰ ਭੁੱਖਾ ਨਾ ਰੱਖੋ। ਬਾਪ ਬੱਚਿਆਂ ਨੂੰ, ਘਰਦਿਆਂ ਨੂੰ ਰੋਟੀ ਦਿੰਦਾ ਹੁੰਦਾ, ਖੋਹਦਾ ਨਹੀਂ ਹੁੰਦਾ। ਬਸ ਆ ਸ਼ਬਦ ਨੇ ਮੇਰੇ ਯਾਦ ਰੱਖਿਓ। ਫੇਰ ਕਹਿੰਦਾ, ਗੁਰੂ ਨਾਲ ਜੁੜੋ, ਤਕੜੇ ਰਹੋ। ਜੇ ਅੱਜ ਨਾ ਪੰਜਾਬ ਨੂੰ ਸੰਭਾਲਿਆ ਤਾਂ ਯਾਦ ਰੱਖਿਓ, ਇਹ ਉਹ ਲੋਕ ਨੇ ਜਿਹੜੇ ਘਰੋਂ ਤੁਹਾਡੀਆਂ ਧੀਆਂ ਭੈਣਾਂ ਆਪਣੀਆਂ ਕੱਢ ਕੇ ਲੈ ਜਾਣਗੇ, ਬੇਘਰ ਕਰ ਦੇਣਗੇ ਤੇ ਆਪਣੀ ਲਤਾੜ ਦੇਣਗੇ। ਲੇਕਿਨ ਮੈਂ ਇੱਕ ਸਵਾਲ ਛੱਡ ਕੇ ਜਾ ਰਿਹਾ ਔਰ ਪੁੱਛਣਾ ਚਾਹੁੰਦਾ ਕੇਂਦਰ ਸਰਕਾਰ ਨੂੰ, ਆਖਿਰ ਪੰਜਾਬ ਨੇ ਤੁਹਾਡਾ ਕੀ ਵਿਗਾੜਿਆ? ਜਿਹੜੇ ਬੰਦੇ ਤੁਹਾਡੇ ਪਿੱਛੇ ਮਰ ਸਕਦੇ ਹੈ, ਕੁਰਬਾਨ ਹੋ ਸਕਦੇ ਹੈ, ਤੁਹਾਡੀ ਗੁਲਾਮੀ ਦੀ ਜੰਜੀਰਾਂ ਤੋੜ ਸਕਦੇ ਹੈ, ਉਹ ਤੁਹਾਡਾ ਨੁਕਸਾਨ ਤੇ ਤੁਹਾਡਾ ਬੁਰਾ ਕਿਵੇਂ ਕਰ ਸਕਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਨਹੀਂ ਹੈ, ਇੱਕ ਗੱਲ ਦੀ ਬੜੀ ਖੁਸ਼ੀ ਹੋਈ ਹੈ ਮੈਨੂੰ, ਔਰ ਮੇਰਾ ਖਿਆਲ ਉਹਦਾ ਮੈਂ ਵੈਲਕਮ ਵੀ ਕਰਦਾ। ਆਪਾਂ ਨੂੰ ਕਰਨਾ ਵੀ ਚਾਹੀਦਾ ਹੈ ਕਿ ਆਪਾਂ 13 ਤਰੀਕ ਨੂੰ ਸਾਡੇ ਕਿਸਾਨ ਜਥੇਬੰਦੀਆਂ ਗਈਆਂ ਸੀ ਤੇ ਸਰਕਾਰ ਨੇ, ਸੈਂਟਰ ਸਰਕਾਰ ਨੇ 18 ਨੂੰ ਫੇਰ ਉਹਨਾਂ ਨੂੰ ਬੁਲਾਇਆ, ਔਰ ਮੈਨੂੰ ਉਮੀਦ ਹੈ ਕਿ ਵੀ ਜਿਹੜਾ ਉੱਥੇ ਮੀਟਿੰਗ ਹੋਊਗੀ, ਸਰਕਾਰ ਇਸ ਗੱਲ ਨੂੰ ਸਮਝਣਾ ਚਾਹੀਦਾ ਸਰਕਾਰ ਨੂੰ ਕਿ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਕੋਈ ਇਕੱਲਾ ਪੰਜਾਬ ਦਾ ਨਹੀਂ, ਸਾਰੇ ਹਿੰਦੁਸਤਾਨ ਦਾ। ਔਰ ਮੈਨੂੰ ਬੜੀ ਉਮੀਦ ਹੈ ਕਿ 18 ਤਰੀਕ ਨੂੰ ਜਦ ਵੀ ਇਹ ਜਥੇਬੰਦੀਆਂ ਜਾ ਕੇ ਉੱਥੇ ਗੱਲਬਾਤ ਹੋਊਗੀ ਤੇ ਕੋਈ ਇਹੋ ਜਿਹਾ ਸਿੱਟਾ ਨਿਕਲੂਗਾ। ਔਰ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇਹ ਕੋਈ ਆਮ ਮੁੱਦਾ ਨਹੀਂ ਹੈ, ਬਹੁਤ ਵੱਡਾ ਮੁੱਦਾ ਹੈ। ਆਫਟਰ ਆਲ ਜਿਹੜਾ ਕਿਸਾਨ ਹੈ ਜਾਂ ਜਿੰਨੇ ਵੀ ਵਰਗ ਦੇ ਲੋਕ ਨੇ ਹਿੰਦੁਸਤਾਨ ਦੇ ਵਿੱਚ, ਇਕੱਲੇ ਪੰਜਾਬ ਦੇ ਨਹੀਂ, ਇਹ ਮਸਲਾ ਬੜਾ ਗੰਭੀਰ ਹੈ। ਔਰ ਇਸ ਮਸਲੇ ਦੇ ਉੱਤੇ ਕੁਝ ਇਹੋ ਜਿਹਾ ਸਿੱਟਾ ਨਿਕਲਣਾ ਚਾਹੀਦਾ ਹੈ ਜਿਹੜਾ ਕਿ ਦੋਨੋਂ ਧਿਰਾਂ ਨੂੰ ਬਹੁਤ ਚੰਗਾ ਲੱਗੇ। ਔਰ ਮੈਨੂੰ ਉਮੀਦ ਹੈ ਕਿ ਜਦ ਇਸ ਮੀਟਿੰਗ 18 ਤਰੀਕ ਤੋਂ ਬਾਅਦ ਜਦ ਇਹ ਮੀਟਿੰਗ ਖਤਮ ਹੋਊਗੀ ਔਰ ਜਦ ਸਾਡੇ ਕਿਸਾਨ ਜਥੇਬੰਦੀਆਂ ਵਾਪਸ ਆਉਣਗੀਆਂ ਤਾਂ ਇੱਕ ਬੜਾ ਖੁਸ਼ੀ ਦਾ ਮਾਹੌਲ ਹੋਣਾ ਚਾਹੀਦਾ ਹੈ। ਮੈਂ ਇਸ ਚੀਜ਼ ਨੂੰ ਵੈਲਕਮ ਇਸ ਕਰਕੇ ਕਰਦਾ ਕਿਉਂਕਿ ਸਰਕਾਰ ਨੇ ਇਹ ਗੱਲ ਨੂੰ ਸੋਚਿਆ ਕਿ ਸਾਨੂੰ ਮਾਣ ਤਾਣ ਇੱਜ਼ਤ ਪੰਜਾਬ ਦੇ ਕਿਸਾਨਾਂ ਨੂੰ ਦੇਣੀਆਂ ਚਾਹੀਦੀਆਂ, ਜਿਹੜਾ ਦਿੱਤੀ ਵੀ ਹੈ। ਉਸ ਦਿਨ 7 ਘੰਟੇ ਮੀਟਿੰਗ ਚੱਲੀ, ਦੁਬਾਰਾ ਉਹਨਾਂ ਨੇ ਬੁਲਾਇਆ। ਮੈਂ ਉਮੀਦ ਕਰਦਾ ਔਰ ਮੈਂ ਹੱਥ ਜੋੜ ਕੇ ਬੇਨਤੀ ਵੀ ਕਰਦਾ ਸੈਂਟਰ ਸਰਕਾਰ ਨੂੰ ਕਿ ਤੁਸੀਂ ਵਾਜਿਬ ਲੋਕ ਹੋ ਜਿਹੜਾ ਹਿੰਦੁਸਤਾਨ ਨੂੰ ਚਲਾ ਰਹੇ ਹੋ, ਪੰਜਾਬ ਵੀ ਤੁਹਾਡਾ ਹਿੱਸਾ ਹੈ, ਅਸੀਂ ਵੀ ਤੁਹਾਡੇ ਹੀ ਹਾਂ, ਤੁਸੀਂ ਸਾਡੇ ਹੋ। ਥੋੜ੍ਹਾ ਜਿਹਾ ਜੇ ਤੁਸੀਂ ਗੌਰ ਕਰੋਗੇ ਇਸ ਗੱਲ 'ਤੇ, ਜਿਹੜੇ ਤੁਸੀਂ ਬਿੱਲ ਪਾਸ ਕੀਤੇ ਨੇ, ਤੁਹਾਨੂੰ ਕਿਤੇ ਮਹਿਸੂਸ ਹੋਊਗਾ ਵੀ ਕਿਤੇ ਤੁਹਾਡੇ ਤੋਂ ਗਲਤੀ ਹੋਈ ਹੈ। ਔਰ ਉਸ ਗਲਤੀ ਨੂੰ ਸੁਧਾਰਨ ਵਾਸਤੇ ਮੈਂ ਕੋਈ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਆਪਣੀ ਤੁਹਾਡੀ ਈਗੋ ਹਰਟ ਨਹੀਂ ਹੋਣੀ ਚਾਹੀਦੀ, ਪਰ ਤੁਸੀਂ ਇਹ ਸੋਚ ਕੇ ਚੱਲੋ ਕਿ ਕਿਸਾਨ ਸਾਡੇ ਅੰਨਦਾਤਾ ਨੇ ਔਰ ਅੰਨਦਾਤਾ ਦੇ ਚਰਨਾਂ 'ਚ ਹਮੇਸ਼ਾ ਸਿਰ ਝੁਕਾਇਆ ਜਾਂਦਾ ਹੈ। ਸੋ ਮੈਨੂੰ ਉਮੀਦ ਹੈ ਕਿ 18 ਤਰੀਕ ਨੂੰ ਜਦ ਇਹ ਗੱਲ ਹੋਊਗੀ ਤੇ ਇੱਕ ਬੜਾ ਅੱਛਾ ਮਾਹੌਲ ਬਣ ਕੇ ਵਾਪਸ ਆਊਗਾ। ਇਹ ਉਮੀਦ ਹਮੇਸ਼ਾ ਰੱਖਣੀ ਚਾਹੀਦੀ ਹੈ ਕਿਉਂਕਿ ਹਰ ਗੱਲ ਬਾਤਚੀਤ ਦੇ ਨਾਲ ਹੀ, ਗੱਲਾਂ ਬਾਤਾਂ ਨਾਲ ਹੀ ਪੂਰੀ ਹੁੰਦੀ ਹੈ। ਇਹੀ ਤਾਂ ਗੱਲ ਹੈ, ਜਿੱਥੇ ਜਰਨੈਲ ਟੀਸੀ ਦੇ ਨੇ ਉੱਥੇ ਗੱਦਾਰ ਵੀ ਟੀਸੀ ਦੇ ਨੇ। ਕਰੀਏ ਤਾਂ ਕੀ ਕਰੀਏ? ਤੁਸੀਂ ਵੋਟਾਂ ਪਾਈਆਂ, ਤੁਸੀਂ ਲੀਡਰ ਬਣਾਏ, ਤੁਸੀਂ MP ਬਣਾਏ। ਮੈਂ ਤਾਂ 40 ਸਾਲ ਤੋਂ ਵੋਟ ਨਹੀਂ ਪਾਈ, ਤੁਸੀਂ ਮੰਤਰੀ ਬਣਾਏ, ਤੁਸੀਂ ਵਾਹ ਵਾਹ ਕਿਆ ਬਾਤ ਹੈ, ਦੇ ਝੰਡਾ ਦੇ ਫਲਾਨਾ। ਕਿੰਨੇ ਸਾਲਾਂ ਤੋਂ? 70 ਸਾਲਾਂ ਤੋਂ। ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ? ਦੱਸੋ ਕੀ ਹੋਇਆ? ਕੁਐਸਚਨ ਇਹ ਹੈ। ਸਾਰਾ ਕੁਝ ਹੋ ਸਕਦਾ ਹੈ
ਜੇ ਇੱਥੇ ਨਵਾਂ ਸੂਰਜ ਚੜਾ ਕੇ ਨਵੀਂ ਲੀਡਰ, ਨਵੀਂ ਪਾਰਟੀ, ਨਵੀਂ ਗੱਲ, ਨਵੀਂ ਬਾਤ। ਮੈਂ ਨਵਜੋਤ ਸਿੰਘ ਸਿੱਧੂ ਨੂੰ ਕਿੰਨੀ ਵਾਰੀ ਹੋਕਾ ਦਿੱਤਾ ਕਿ ਬਾਹਰ ਨਿਕਲ, ਛੱਡ ਪਰੇ, ਆਪਾਂ ਨਵੀਂ ਪਾਰਟੀ ਬਣਾਉਣੇ ਆ, ਨਵੇਂ ਲੋਕ, ਨਵੇਂ ਲੀਡਰ ਲੈ ਕੇ ਆਉਣੇ, ਛੱਡ ਦੇ। ਜਿੱਥੇ ਰੋਜ਼ ਬੇਇੱਜ਼ਤੀ ਹੁੰਦੀ ਹੈ, ਜਿੱਥੇ ਰੋਜ਼ ਸਿਆਪਾ ਪੈਂਦਾ, ਕੀ ਕਰਾਉਣਾ ਇਹ ਚੀਜ਼ਾਂ ਤੋਂ? ਸਾਰਾ ਕੁਝ ਰੱਬ ਨੇ ਦਿੱਤਾ ਹੈ। ਔਰ ਰਜਿਆ ਵਜਿਆ ਬੰਦਾ, ਖਾਨਦਾਨੀ ਬੰਦਾ, ਤੇ ਮੈਂ ਸਮਝਦਾ ਉਸ ਬੰਦੇ ਨੂੰ ਬਾਹਰ ਆਉਣਾ ਚਾਹੀਦਾ। ਮੈਂ ਪਰਸਨਲੀ ਗੱਲ ਕਰਦਾ ਕਿਉਂਕਿ ਮੈਂ ਉਹਨੂੰ ਬਚਪਨ 'ਚ ਪਾਲਿਆ, ਵੱਡਾ ਕੀਤਾ, ਉਹਦਾ ਵਿਆਹ ਕੀਤਾ, ਉਹਦੇ ਨਾਲ ਸੁੱਖ ਦੁੱਖ 'ਚ ਰਿਹਾ, ਮੈਂ ਉਹਨੂੰ ਜਾਣਦਾ। ਔਰ ਮੈਂ ਬਾਰ-ਬਾਰ ਇਹ ਗੱਲ ਕਹਿੰਦਾ ਕਿ ਆਪਾਂ ਨੂੰ ਇੱਕ ਲੀਡਰ ਚਾਹੀਦਾ। ਉਹ ਇੱਕ ਲੀਡਰ ਸਾਡੇ ਨਾਲ ਤੁਰੇ, ਨਵੀਂ ਪਾਰਟੀ ਬਣਾ ਕੇ। ਉਹ ਪਾਰਟੀ ਪੰਜਾਬ ਦੀ ਇੱਕ ਨਵੀਂ ਪਾਰਟੀ ਹੋਣੀ ਚਾਹੀਦੀ ਹੈ, ਉਹਦੀ ਬੜੀ ਲੋੜ ਹੈ। ਔਰ ਸਾਡੇ ਕੋਲ ਇੱਕ ਜਰਨੈਲ ਨਹੀਂ, ਤੁਸੀਂ ਪੰਜਾਬ ਦੀ ਇੱਟ ਪੁੱਟੋ, ਤੁਹਾਨੂੰ ਜਰਨੈਲ ਮਿਲੂਗਾ। ਤੁਸੀਂ ਪੰਜਾਬ 'ਚ ਹੋਕਾ ਦਿਓ, ਤੁਹਾਨੂੰ ਜਰਨੈਲ ਮਿਲੂਗਾ। ਤੁਹਾਨੂੰ ਪੰਜਾਬ ਦੀ ਧਰਤੀ ਤੇ ਗੁਰੂ ਤੋਂ, ਰੱਬ ਤੋਂ ਡਰਨ ਵਾਲੇ ਬੰਦੇ ਮਿਲਣਗੇ, ਜਿਹੜੇ ਲੋਕਾਂ ਲਈ ਕੁਰਬਾਨ ਹੋ ਜਾਣਗੇ। ਉਹ ਬੰਦੇ ਦੀ ਲੋੜ ਹੈ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਸਵਾਮੀ ਸ਼ੁਕਰਾਚਾਰਿਆ, ਮਾਂ ਕਾਲੀ ਉਪਾਸਕ, ਤਾਂਤਰਿਕ ਵਿਧੀ ਨਾਲ ਪਾਓ 100% ਗਾਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ। ਪਤੀ ਪਤਨੀ 'ਚ ਝਗੜਾ, ਪ੍ਰੇਮ ਵਿਆਜ ਰੁਕਾਵਟ, ਸੌਦਨ ਦੁਸ਼ਮਣ ਦਾ ਖਾਤਮਾ, ਵਿਦੇਸ਼ 'ਚ ਪੱਕਾ ਹੋਣਾ, ਕੀਤਾ ਕਰਾਇਆ, ਗੁਪਤ ਵਸ਼ੀਕਰਨ ਕਰਾਓ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਵੱਸ 'ਚ ਕਰੋ, ਲਾਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ। ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ 98 729 014 31।